मैं हरविंदर कौर असिस्टेंट प्रोफैसर पोस्ट ग्रैजुएट पंजाबी विभाग GGD SD ਕਾਲਜ हरियाणा ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਭਾਈ ਵੀਰ ਸਿੰਘ ਦੀ ਕਵਿਤਾ ਖੇੜਾ ਦੀ ਵਿਆਖਿਆ ਗੱਲ ਕਰਾਂਗੀ। ਇਸ ਕਵਿਤਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BCA ਸਮੈਸਟਰ ਤੀਸਰੇ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਵਿਤਾ ਹੈ ਖੇੜਾ। ਸ਼ਾਖਾਂ ਇੱਕ ਸੰਤਰੇ ਦੀਆਂ ਵੱਢ ਕੁਹਾੜੇ ਨਾਲ ਜਾਂਦੀਆਂ ਲੱਦੀਆਂ ਗੱਡ ਤੇ ਕਹਿੰਦੀਆਂ ਹੋ ਬੇਹਾਲ। ਜਦ ਸਾਂ ਖੇੜੇ ਖਿੜਦੀਆਂ ਰਹਿੰਦੀਆਂ ਮੁਸ਼ਕ ਮਚਾ ਫਲਦੀਆਂ ਜੋਬਨ ਮੱਤੀਆਂ ਰੱਸੀਆਂ ਭਰੀਆਂ ਰੰਗਲਾ। ਇਸ ਕਵਿਤਾ ਵਿੱਚ ਇੱਕ ਫੁੱਲ ਦੇਣ ਤੋਂ ਹਟ ਗਏ ਸੰਤਰੇ ਦੇ ਬੂਟੇ ਦੀ ਦਾਸਤਾਨ ਦੱਸੀ ਗਈ ਹੈ। ਇਸ ਬੂਟੇ ਨੂੰ ਬਾਲਣ ਲਈ ਵੱਢ ਕੇ ਲਿਜਾਇਆ ਜਾ ਸਕਦਾ ਹੈ। ਕਵੀ ਨੇ ਇਸ ਕਵਿਤਾ ਰਾਹੀਂ ਦੱਸਿਆ ਹੈ ਕਿ ਮਨੁੱਖੀ ਜੀਵਨ ਵਿੱਚ ਖੇੜੇ ਦਾ ਬਹੁਤ ਵੱਡਾ ਆਸਰਾ ਹੈ। ਜਦੋਂ ਜੀਵ ਭਾਵ ਮਨੁੱਖ ਖੇੜੇ ਦੀ ਅਵਸਥਾ ਤੋਂ ਡਿੱਗ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਵੀ ਢਹਿ-ਢੇਰੀ ਹੋ ਜਾਂਦੀ ਹੈ। ਖੇੜਾ ਤਾਂ ਰੱਬੀ ਪ੍ਰੇਮ ਦਾ ਆਨੰਦ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਹਨ, ਸੰਤਰੇ ਦੇ ਬੂਟੇ ਨੂੰ ਫਲ ਨਾ ਦੇਣ ਦੀ ਹਾਲਤ ਵਿੱਚ ਵੱਢ ਲਿਆ ਜਾਂਦਾ ਹੈ। ਇਸ ਹਾਲਤ ਵਿੱਚ ਸੰਤਰੇ ਦਾ ਬੂਟਾ ਆਪਣੀਆਂ ਭਾਵਨਾਵਾਂ ਪ੍ਰਗਟਾਉਂਦਾ ਹੈ। ਕਵੀ ਸੰਤਰੇ ਦੇ ਬੂਟੇ ਰਾਹੀਂ ਖੇੜੇ ਸੰਬੰਧੀ ਭਾਵਨਾਵਾਂ ਦਰਸਾਉਂਦਾ ਹੈ ਕਿ ਸੰਤਰੇ ਦੇ ਬੂਟੇ ਦੀਆਂ ਸ਼ਾਖਾਵਾਂ ਨੂੰ ਕੁਹਾੜੇ ਨਾਲ ਵੱਢ ਕੇ ਗੱਡੇ ਉੱਪਰ ਲੱਦਿਆ ਜਾ ਰਿਹਾ ਹੈ। ਇਸ ਹਾਲਤ ਵਿੱਚ ਉਹ ਬਹੁਤ ਦੁਖੀ ਹਨ। ਉਹ ਬੇਹਾਲ ਹਾਲਤ ਵਿੱਚ ਕਹਿੰਦੀਆਂ ਹਨ ਕਿ ਜਦੋਂ ਉਹ ਖੇੜੇ ਵਿੱਚ ਪਹੁੰਚ ਕੇ ਖਿੜਦੀਆਂ ਸਨ ਤਾਂ ਹਰ ਪਾਸੇ ਖੁਸ਼ਬੂ ਫੈਲ ਜਾਂਦੀ ਸੀ। ਉਹ ਜੋਬਨ ਨਾਲ ਭਾਵ ਫਲਾਂ ਨਾਲ ਭਰ ਜਾਂਦੀਆਂ ਸਨ। ਇਸ ਨਾਲ ਹਰ ਪਾਸੇ ਰਸ ਨਾਲ ਭਰਨ ਕਰਕੇ ਖੁਸ਼ੀ ਦਾ ਰੰਗ ਲੱਗ ਜਾਂਦਾ ਸੀ। ਇੰਜ ਸੰਤਰੇ ਦੀਆਂ ਸ਼ਾਖਾਵਾਂ ਅਤੀਤ ਵਿੱਚ ਪਹੁੰਚ ਕੇ ਦੁਖੀ ਹੁੰਦੀਆਂ ਹਨ। ਆਦਰ ਭਰੀਆਂ ਅੱਖੀਆਂ ਚੁੰਮਣ ਸਾਡੇ ਪੈਰ, ਜੀਭਾਂ ਸਿਫਤ ਸਲਾਹ ਦੀਆਂ ਆ ਮੰਗਣ ਖੈਰ। ਦਿਲ ਝੁਕਦੇ ਆ ਸਾਹਮਣੇ ਖਿੜਦੇ ਲੈ ਵਿਸਮਾਦ, ਛੂਤ ਅਸਾਡੇ ਖੇੜਿਓਂ ਜੱਗ ਨੂੰ ਕਰਦੀ ਸ਼ਾਂਦ। ਸੰਤਰੇ ਦੇ ਬੂਟੇ ਨੂੰ ਫਲ ਨਾ ਦੇਣ ਦੀ ਹਾਲਤ ਵਿੱਚ ਵੱਢ ਲਿਆ ਜਾਂਦਾ ਹੈ। ਇਸ ਹਾਲਤ ਵਿੱਚ ਸੰਤਰੇ ਦਾ ਬੂਟਾ ਆਪਣੀਆਂ ਭਾਵਨਾਵਾਂ ਪ੍ਰਗਟਾਉਂਦਾ ਹੈ। ਸੰਤਰੇ ਦੇ ਬੂਟੇ ਦੀਆਂ ਟਾਹਣੀਆਂ ਦੱਸਦੀਆਂ ਹਨ ਕਿ ਜਦੋਂ ਉਹਨਾਂ ਦੀਆਂ ਟਾਹਣੀਆਂ ਨੂੰ ਫੁੱਲ ਲੱਗਦੇ ਸਨ ਤਾਂ ਆਲਾ ਦੁਆਲਾ ਖੁਸ਼ਬੂ ਨਾਲ ਭਰ ਜਾਂਦਾ ਸੀ। ਤਾਂ ਉਸ ਸਮੇਂ ਲੋਕਾਂ ਦੀਆਂ ਆਦਰ ਭਰੀਆਂ ਅੱਖਾਂ ਉਹਨਾਂ ਦੇ ਪੈਰ ਆ ਕੇ ਚੁੰਮਦੀਆਂ ਸਨ। ਲੋਕਾਂ ਦੀਆਂ ਸਿਫਤ ਸਲਾਹ ਕਰਨ ਵਾਲੀਆਂ ਜੀਭਾਂ ਉਹਨਾਂ ਦੀ ਆ ਕੇ ਖੈਰ ਮੰਗਦੀਆਂ ਸਨ। ਉਹਨਾਂ ਦੇ ਦਿਲ ਖੇੜੇ ਨਾਲ ਭਰੀਆਂ ਟਾਹਣੀਆਂ ਸਾਹਮਣੇ ਆ ਕੇ ਝੁਕਦੇ ਸਨ ਅਤੇ ਉਹਨਾਂ ਤੋਂ ਅਦਭੁਤ ਖੁਸ਼ੀ ਦੀ ਪ੍ਰਾਪਤੀ ਕਰਕੇ ਖਿੜਦੇ ਸਨ। ਉਹਨਾਂ ਕੋਲੋਂ ਲੋਕ ਖੁਸ਼ੀ ਲੈਂਦੇ ਸਨ। ਉਹਨਾਂ ਦੀ ਖੁਸ਼ੀ ਲੋਕਾਂ ਨੂੰ ਖੁਸ਼ ਕਰਦੀ ਸੀ। ਛੱਡਿਆ ਜਦ ਖਿੜਨਾ ਅਸਾਂ ਰੰਗ ਰੂਪ ਰਸ ਨਾਲ, ਫਲਣਾ ਫੁੱਲਣਾ ਛੱਡਿਆ ਹਰੇ ਰਹਿਣ ਦਾ ਮਾਲ। ਤਦੋਂ ਕੁਹਾੜਾ ਆ ਗਿਆ ਫਿਰਿਆ ਸ਼ਾਖੋ ਸ਼ਾਖ, ਜੜ ਮੂਲੋਂ ਵੱਢ ਡੇਂਗਿਆ ਢੇਰੀ ਕੀਤਾ ਖਾਕ।
ਬਾਲਣ ਬਾਲਣ ਆਖ ਕੇ ਲੱਦ ਲਈ ਚੱਲੇ ਹਾਏ। ਉਹ ਹੱਥ ਤੰਦੂਰ ਨੂੰ ਵੇਖੋ ਸਈਓ ਆ, ਜਿਹੜੇ ਕਰਦੇ ਅਸਾਂ ਦੀ ਸੇਵਾ ਸਨ ਚਿਤਲਾ। ਸੁੱਖ ਦੇ ਹੁੰਦੇ ਸੁੱਖ ਨਾ ਸਾਡੀ ਖੈਰ ਮਨਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਸੰਤਰੇ ਦੀਆਂ ਟਾਹਣੀਆਂ ਆਪਣੀ ਹਾਲਤ ਦਾ ਪ੍ਰਗਟਾਵਾ ਕਰਦੀਆਂ ਹਨ ਕਿ ਉਹਨਾਂ ਨੇ ਖਿੜਨਾ ਬੰਦ ਕਰ ਦਿੱਤਾ ਤੇ ਰੰਗ ਰੂਪ ਤੇ ਰਸ ਨਾਲ ਉਹਨਾਂ ਦਾ ਵਿਕਾਸ ਰੁਕ ਗਿਆ। ਇਸ ਹਾਲਤ ਵਿੱਚ ਉਹਨਾਂ ਦਾ ਖੇੜੇ ਵਿੱਚ ਰਹਿਣਾ ਕਠਿਨ ਹੋ ਗਿਆ ਤੇ ਫਿਰ ਸਾਰੀਆਂ ਟਾਹਣੀਆਂ ਸੁੱਕ ਗਈਆਂ। ਜਦੋਂ ਸਾਰਾ ਬੂਟਾ ਸੁੱਕ ਗਿਆ ਤਾਂ ਕੁਹਾੜੇ ਨਾਲ ਵਾਰੋ ਵਾਰੀ ਉਸ ਦੀਆਂ ਸਾਰੀਆਂ ਟਾਹਣੀਆਂ ਨੂੰ ਕੱਟ ਲਿਆ ਗਿਆ। ਅੰਤ ਵਿੱਚ ਉਸ ਦੇ ਤਣੇ ਨੂੰ ਜੜ੍ਹਾਂ ਤੋਂ ਵੱਢ ਦਿੱਤਾ ਗਿਆ ਤੇ ਉਸ ਨੂੰ ਮਿੱਟੀ ਉੱਤੇ ਸੁੱਟ ਦਿੱਤਾ ਗਿਆ। ਫਿਰ ਉਸ ਨੂੰ ਬਾਲਣ ਕਿਹਾ ਜਾਣ ਲੱਗਾ ਤੇ ਉਸ ਨੂੰ ਲੱਦ ਕੇ ਲਿਜਾਇਆ ਜਾਣ ਲੱਗਾ। ਫਿਰ ਜਿਹੜੇ ਹੱਥ ਉਸ ਨੂੰ ਪਿਆਰ ਕਰਦੇ ਸਨ, ਉਹਨਾਂ ਰਾਹੀਂ ਹੀ ਉਸ ਦੀਆਂ ਟਾਹਣੀਆਂ ਨੂੰ ਤੰਦੂਰ ਵਿੱਚ ਪਾਇਆ ਗਿਆ। ਸਾਰਿਆਂ ਨੂੰ ਇਹ ਹਾਲਤ ਦੇਖਣੀ ਚਾਹੀਦੀ ਹੈ, ਕਿਉਂਕਿ ਸਾਰੇ ਹੀ ਉਸ ਦੇ ਦੋਸਤ ਹਨ, ਜਿਹੜੇ ਉਸ ਦੀ ਸੱਚੇ ਮਨ ਨਾਲ ਸੇਵਾ ਕਰਦੇ ਸਨ ਤੇ ਉਸ ਦੇ ਵਧਣ ਫੁੱਲਣ ਲਈ ਸੁਖਣਾ ਸੁਖਦੇ ਸਨ। ਉਹਨਾਂ ਦੁਆਰਾ ਕੀਤੇ ਜਾਣ ਵਾਲੇ ਇਹ ਯਤਨ ਉਸ ਦੀ ਚੜ੍ਹਦੀ ਕਲਾ ਲਈ ਹੁੰਦੇ ਸਨ, ਪਰ ਇਹ ਸਾਰਾ ਕੁਝ ਉਹਨਾਂ ਨਾਲ ਖੇੜੇ ਨੂੰ ਤਿਆਗਣ ਕਰਕੇ ਹੀ ਹੋਇਆ ਹੈ। ਜਿੰਦ ਜੇ ਢਹਿੰਦੀ ਖੇੜਿਓਂ ਢਹਿ ਪੈਂਦੀ ਦੇ ਨਾਲ, ਜਿੱਦੜੀ ਹੈ ਜਿਉਂ ਆਸਰਾ ਇਸ ਦੇ ਹੀ ਦਾ ਲਾਲ, ਤਿਉਂ ਖੇੜਾ ਹੈ ਆਸਰਾ ਇਸ ਜਿੰਦੜੀ ਦਾ ਮਾਲ। ਖੇੜਾ ਜਿੰਦੜੀ ਇੱਕ ਹਨ, ਇੱਕ ਦੂਹਾਂ ਦੀ ਚਾਲ, ਸੁਰਤ ਸਦਾ ਖਿੜਦੀ ਰਹੇ ਕਦੇ ਨਾ ਮਿਲੇ ਗਿੜਾ। ਖੇੜਾ ਛੱਡ ਕੇ ਟੱਠਿਆ ਕਿਤੇ ਨਾ ਮਿਲੇ ਟਿਕਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਸੰਤਰੇ ਦੇ ਬੂਟੇ ਦੀਆਂ ਸੁੱਕ ਚੁੱਕੀਆਂ ਟਾਹਣੀਆਂ ਜਿਨ੍ਹਾਂ ਨੂੰ ਕੱਟ ਲਿਆ ਗਿਆ ਹੈ, ਆਪਣੀ ਬੇਹਾਲੀ ਦੀ ਦਾਸਤਾਨ ਸੁਣਾਉਂਦੀਆਂ ਹਨ ਕਿ ਜਦੋਂ ਜ਼ਿੰਦਗੀ ਖੇੜੇ ਤੋਂ ਰਹਿਤ ਹੋ ਜਾਂਦੀ ਹੈ ਤਾਂ ਸਰੀਰ ਵੀ ਨਾਲ ਹੀ ਖਤਮ ਹੋ ਜਾਂਦਾ ਹੈ। ਜ਼ਿੰਦਗੀ ਤਾਂ ਇਸ ਸਰੀਰ ਦਾ ਇੱਕ ਆਸਰਾ ਹੈ। ਇਹ ਇੰਜ ਹੈ ਜਿਵੇਂ ਇਸ ਸਰੀਰ ਦਾ ਬਹੁਮੁੱਲਾ ਆਸਰਾ ਹੋਵੇ। ਬਿਲਕੁਲ ਇਸੇ ਵਾਂਗ ਖੇੜਾ ਇਸ ਜ਼ਿੰਦਗੀ ਦਾ ਆਸਰਾ ਹੈ ਤੇ ਜ਼ਿੰਦਗੀ ਇਸੇ ਦਾ ਖਜ਼ਾਨਾ ਹੈ। ਇੰਜ ਖੇੜਾ ਤੇ ਜ਼ਿੰਦਗੀ ਇੱਕੋ ਹੀ ਹਨ ਤੇ ਇਹਨਾਂ ਦੀ ਚਾਲ ਵੀ ਇੱਕ ਹੀ ਹੈ। ਇਸ ਲਈ ਇਹਨਾਂ ਦੋਨਾਂ ਨੂੰ ਇੱਕ ਦੂਸਰੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਹੁਣ ਸੰਤਰੇ ਦੀਆਂ ਟਾਹਣੀਆਂ ਇਨਸਾਨ ਨੂੰ ਸੰਬੋਧਨ ਕਰਦੀਆਂ ਹਨ ਕਿ ਸੁਰਤ ਹਮੇਸ਼ਾ ਲਈ ਖਿੜਦੀ ਰਹਿਣੀ ਚਾਹੀਦੀ ਹੈ। ਇਸ ਵਿੱਚ ਕਦੇ ਵੀ ਢਹਿੰਦੀ ਕਲਾ ਦੀਆਂ ਭਾਵਨਾਵਾਂ ਨਹੀਂ ਆਉਣੀਆਂ ਚਾਹੀਦੀਆਂ। ਜੇਕਰ ਜੀਵ ਭਾਵ ਮਨੁੱਖ ਖੇੜੇ ਤੋਂ ਰਹਿਤ ਹੋਵੇਗਾ ਤਾਂ ਉਸ ਨੂੰ ਕਿਤੇ ਵੀ ਆਸਰਾ ਨਹੀਂ ਮਿਲਦਾ। ਅਜਿਹਾ ਹੋਣ ਨਾਲ ਜੀਵ ਕਦੇ ਵੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਲਈ ਜੀਵ ਨੂੰ ਕਦੇ ਵੀ ਖੇੜੇ ਨੂੰ ਨਹੀਂ ਛੱਡਣਾ ਚਾਹੀਦਾ। ਧੰਨਵਾਦ।